ਓਹੋ ਇੱਕ ਤਾਂ ਇਹਨਾਂ ਮੁਲਾਜ਼ਮਾਂ ਦੀ ਸਮਝ ਹੀ ਨਹੀਂ ਆਉਂਦੀ। ਕਿਹਾ ਸੀ ਕਿ ਮਹਿਮਾਨ ਆਉਣ ਵਾਲੇ ਆ, ਸਫਾਈ ਕਰ ਦਿਓ। ਇਹ ਮਿੱਟੀ ਦੀ ਤਹਿ ਉਦਾਂ ਹੀ ਜੰਮੀ ਆ। ਚੌਧਰੀ ਸਾਹਿਬ ਖੈਰ ਏ, ਲੱਗਦਾ ਕੋਈ ਖਾਸ ਮਹਿਮਾਨ ਹੀ ਆ ਰਹੇ ਨੇ। चौधरी साहब मिट्टी की टेंशन ना लो और मैंने साफा पढ़ाओ, मैं आप साफ कर देना। ਉਹ ਨਹੀਂ ਸ਼ਦਾਦੂ ਪੁੱਤ, ਉਹ ਕਮੀਆਂ ਦੇ ਕੰਮ ਹੈ, ਉਹ ਕਰ ਲੈਣਗੇ। ਉਹ ਛੱਡ ਦਿਓ, ਤੁਹਾਡਾ ਕੰਮ ਕਰਕੇ ਉਂਝ ਹੀ ਮੈਨੂੰ ਜ਼ਰਾ ਬੜੀ ਖੁਸ਼ੀ ਹੁੰਦੀ ਏ। ਜਿਉਂਦਾ ਰਹਿ। ਪ੍ਰਾਹੁਣਿਆਂ ਦਾ ਕੀ ਪਤਾ, ਉਹ ਮੁਲਾਜ਼ਮਾਂ ਤੋਂ ਪਹਿਲੇ ਹੀ ਆ ਜਾਣ। ਮੁਲਾਜ਼ਮ ਤਾਂ ਯਕੀਨਨ ਖਾਣਾ ਛਾਣਾ ਪਕਾ ਰਹੇ ਹੋਣਗੇ ਤੇ ਖਾਣਾ ਖਾਣ ਤੋਂ ਬਗੈਰ ਤਾਂ ਨਹੀਂ ਨਾ ਮਹਿਮਾਨਾਂ ਨੂੰ ਭੇਜ ਦੇਣਾ, ਤੇ ਤੁਸੀਂ ਦੇਗ ਹੀ ਪਕਾ ਲੈਂਦੇ। ਵਾਹ ਜੀ ਵਾਹ ਚੌਧਰੀ ਸਾਹਿਬ, ਬੜੀਆਂ ਦੇਗਾਂ ਪੱਕਣ ਡਈਆਂ ਨੇ। ਸਲਾਮ ਅਲੈਕਮ। ਵਾਲੇਕਮ ਸਲਾਮ। ਮੈਂ ਗਿਆ ਕਿਧਰੇ ਚੌਧਰੀ ਜੀ ਆਪਣਾ ਦੂਜਾ ਵਿਆਹ ਤੇ ਨਹੀਂ ਜੇ ਰੱਖ ਲਿਆ। ਉਹ ਨੈਮਿਆ ਤੂੰ ਵੀ ਕਿਹੜੀ ਗੱਲ ਕਿੱਥੇ ਜੋੜ ਦੇਣਾ ਆ। अस्सलाम वालेकुम चौधरी जी। ਉਹ ਵਾਲੇਕਮ ਸਲਾਮ ਜੀ, ਰਾਣਾ ਅੱਛੂ ਆਇਆ ਜੀ। और चौधरी जी ये पेंडू लोग आ, इन्हां नूं की पता भी अज तुहाडा हैप्पी बर्थडे आ। अल्लाह ने तुहानूं बड़ियां खुशियां विखाणियां, अल्लाह ने बड़ा देना जे तुहानूं। ਅੱਛਾ ਅਸੀਂ ਪਿੰਡੂ ਲੋਕ ਆ, ਸਾਨੂੰ ਨਹੀਂ ਪਤਾ। ਅਸੀਂ ਜਿਵੇਂ ਕਦੇ ਸਾਲਗਿਰਾ ਦਾ ਕੇਕ ਨਹੀਂ ਖਾਦਾ। ਓਏ ਆ ਤੇ ਮੇਰਾ ਖਾਦਾ ਹੀ ਉਹਨਾਂ ਕਟਿਆ ਤੇ ਕਦੀ ਨਾ ਵੇਖਿਆ ਮੈਂ ਤੈਨੂੰ ਐਡਾ ਤੂੰ ਕੇਕ ਖਾਂ। ਆ ਜਦੋਂ ਮਾਸਟਰ ਅਫਜ਼ਲ ਦੇ ਪੋਤਰੇ ਦੀ ਸਾਲਗਿਰਾ ਹੋਈ आ चाचा ਉੱਥੇ ਬੈਠਾ ਏਡੀ ਏਡੀ ਪਰਾਤ ਚ ਨਿੱਕਾ ਜਿਹਾ ਕੇਕ ਰੱਖ ਕੇ ਉੱਤੇ 1900 ਮੱਖੀ ਬੈਠੀ ਹੈ। ਅੱਛਾ ਸਾਡੇ ਕੇਕ ਤੇ ਮੱਖੀਆਂ ਬਹਿੰਦੀਆਂ ਨੇ, ਤੁਹਾਡੇ ਕੇਕ ਤੇ ਬੜੀਆਂ ਤਿਤਲੀਆਂ ਬਹਿੰਦੀਆਂ ਨੇ। लो इत्थों ही पता लग गया भी इन्हां ने किन्ने क केक खादे आ। ਉਹ ਕੇਕ ਤੇ ਤਿਤਲੀ ਪਵੇ ਤੇ ਕਰੀਮ ਚ ਤਿਤਲੀ ਦੇ ਪੈਰ ਫਸ ਜਾਂਦੇ ਆ। ਉਹ ਇੱਕ ਮਿੰਟ ਜ਼ੁਬਾਨੋ, ਇੱਕ ਮਿੰਟ ਬ੍ਰੇਕ ਤੇ ਪੈਰ ਰੱਖੋ। ਕਦੀ ਵਿਆਹ ਵਾਲੇ ਪਾਸੇ ਟੁਰ ਪੈਂਦੇ ਹੋ, ਕਦੀ ਸਾਲਗਿਰਾ ਵਾਲੇ ਪਾਸੇ ਟੁਰ ਪੈਂਦੇ ਹੋ। ਖੈਰ ਹੈ। ਅੰਨੀ ਤੇ ਮੇਰਾ ਮਤਲਬ ਇਹਨਾਂ ਨੂੰ ਸਾਲਗਿਰਾ ਦਾ ਵਿਆਹ ਤੇ ਫਿਰ ਆ ਦੇਗ ਕਾਦੀ ਚਾੜਨ ਲੱਗੇ ਸਾਓ। ਉਹ ਨਹਿਮਤੁल्ला ਦੇਗ ਦਾ ਖਾਹਿਸ਼ ਦਾ ਇਜ਼ਹਾਰ ਤਾਂ ਰਹਿਮੇ ਨੇ ਕੀਤਾ ਸੀ। ਇਹ ਤੇ ਹਰ ਵੇਲੇ ਖਾਣ ਪੀਣ ਵਾਲੀ ਧਿਆਨ ਰਹਿੰਦਾ ਜੀ। ਅੱਲਾ ਜਾਣਦਾ ਪਿੰਡ ਦੀ ਮਸਜਿਦ ਚ ਲਾਣ ਹੋਵੇ ਨਾ ਫੌਤਗੀ ਦਾ ਤੇ ਫੌਰਨ ਘਰ ਵਾਲੀ ਨੂੰ ਆਵਾਜ਼ ਮਾਰ ਦਿੰਦਾ, ਪਕਾਈ ਕੋਈ ਨਾ, ਅੱਜ ਰੋਟੀ ਉਹਨਾਂ ਲਈ ਖਾਣੀ ਆ। ਚਾਹ ਟਿਕ ਵੀ ਜਾਇਆ ਕਰੋ, ਤੁਹਾਨੂੰ ਆਪਣੀ ਪਸੂੜੀ ਪੈ ਜਾਂਦੀ ਹੈ। ਮੈਂ ਤਾਂ ਬਸ ਇੰਨਾ ਦੱਸਿਆ ਹੈ ਕਿ ਘਰ 'ਚ ਇੱਕ ਮਹਿਮਾਨ ਆਉਣ ਵਾਲਾ ਆ। ਹਲਾ ਲੋ ਜੀ, ਬੜੀ ਬੜੀ ਮੁਬਾਰਕ ਹੋਵੇ ਚੌਧਰੀ ਸਾਹਿਬ ਵੱਲ ਨਵਾਂ ਮਹਿਮਾਨ ਆ ਰਿਹਾ ਜੇ। ਬੜੀ ਖੁਸ਼ੀ ਹੋਈ ਚੌਧਰੀ ਜੀ, ਬੜੀ ਖੁਸ਼ੀ ਮੁਬਾਰਕ ਹੋਵੇ। ਰਾਣਾ ਸਾਹਿਬ ਨੇ ਹੱਸ ਕੇ ਜਾਓ, ਨਵੇਂ ਪਰੌਣੇ ਵਾਸਤੇ ਭੰਗੂੜੇ ਦਾ ਆਰਡਰ ਤੇ ਦੇ ਆਵੋ। ਉਹ ਚਾਚਾ ਜੀ ਭੰਗੂੜਾ ਕੀ ਕਰਨਾ ਹੈ, ਰਾਣਾ ਕਾਹਦੇ ਵਾਸਤੇ ਆ? ਰਾਣਾ ਖੜਾਉ ਚੌਧਰੀ ਦੇ ਪੁੱਤ ਨੂੰ। ਉਹ ਚੌਧਰੀ ਦਾ ਪੁੱਤ ਕੋਈ ਚੋਰ ਡਾਕੂ ਦਾ ਪੁੱਤ ਆ। ਯਾਰ ਪਿਓ ਪੁੱਤਰੋ ਅਕਲੋ ਪੈਦਲ ਹੋ ਗਏ ਆ। ਉਹ ਮੇਰੇ ਕਹਿਣ ਦਾ ਮੈਂ ਧਮਾਲ ਕੱਲੇ ਨੇ ਪਾਉਣੀ ਜੇ ਚੌਧਰੀ ਜੀ ਤੁਹਾਨੂੰ ਦੱਸਾਂ। ਉਹ ਯਾਰ ਇਹਨੂੰ ਸਮਝਾ। ਉਹ ਬੜੀ ਵਧੀਆ ਧਮਾਲ ਪਾਉਂਦਾ ਜੇ। ਉਹ ਨਹਿਮਤੁल्ला ਅਕਲ ਤੇਰੀ ਕਿੱਥੇ ਗਈ ਹੈ? ਓਏ ਆ ਮਹੀਉਦੀਨ ਜਦੋਂ ਆਇਆ ਇੰਗਲੈਂਡ ਤੋਂ ਤੇ 에ਅਰਪੋਰਟ ਤੇ ਨੇ ਅੱਧਾ ਘੰਟਾ ਧਮਾਲ ਪਾਈ। ਉਹ ਭਾਈ ਜੀ ਉਹ ਬਾਤ ਨਹੀਂ ਹੈ, ਗੱਲ ਏਦਾਂ ਹੈ। ਨਾਲ ਦੇ ਪਿੰਡ ਦੇ ਚੌਧਰੀ ਦਾ ਮੈਨੂੰ ਆਇਆ ਟੈਲੀਫੋਨ। ਉਹਨੇ ਕਿਹਾ ਚੌਧਰੀ ਸਾਹਿਬ ਮੈਂ ਤੁਹਾਨੂੰ ਮਿਲਣ ਆ ਰਿਹਾ, ਤੇ ਇਸ ਵਾਸਤੇ ਮੈਂ ਕਹਿ ਰਿਹਾ ਕਿ ਉਹ ਮਹਿਮਾਨ ਆ ਰਿਹਾ। ਆ ਗੱਲ ਆ। ਤੇ ਚੌਧਰੀ ਨੂੰ ਚੌਧਰੀਆਂ ਨੇ ਮਿਲਣਾ ਆਉਣਾ। ਯਾਰ ਕੀ ਕਹਿੰਦੇ ਆ ਚਾਚਾ ਵੀ ਖਾਣਾ ਦੇ ਖਾਨ ਪਰਾਉਣੇ। अस्सलाम वालेकुम जी। वालेकुम सलाम चौधरी जी। की हाल है जनाब? बड़ी खुशी हुई जनाब देख के। जी आया नु जनाब, जी आया नु। बैठो। बहुत जनाब चौधरी साहब खरीद जनाब। अल्लाह का शुक्र जनाब, तो ही सुनाओ। शुक्र है अल्लाह का। राणा साहब मेरे दमाद ने अच्छा ਆ ਸਾਰਾ ਪਿੰਡ ਇਹਨਾਂ ਹੀ ਸਾਂਭੇ ਆ ਜੀ ਅੱਜ ਕੱਲ। ਹਾਂਜੀ ਸਾਡੇ ਪਿੰਡ 'ਚ ਜਿੰਨੇ ਵੀ 골ਡ ਮੈਡਲ ਆ ਇਹਦੇ ਕੋਲ ਆ। ਬਸ ਇਹ ਸਮਝ ਲਓ ਚੌਧਰੀ ਜੀ ਜੇ ਪਿੰਡ ਨੂੰ ਗੇਟ ਲੱਗਾ ਹੁੰਦਾ ਨਾ ਤੇ ਚਾਬੀ ਪਿੰਡ ਵਾਲਿਆਂ ਨੇ ਮੈਨੂੰ ਦੇਣੀ। अच्छा अच्छा, पिंड दा नवा चौकीदार रखिया जे। ਓਏ ਇੰਜ ਹੀ ਸਮਝ ਲਓ ਜਨਾਬ, ਰਾਣਾ ਨਾ ਹੋਵੇ ਨਾ ਪਿੰਡ 'ਚ ਤੇ ਚੋਰੀਆਂ ਡਕੈਤੀਆਂ ਹੋਣ ਇੱਥੇ। ਜਿਹੋ ਜਿਹੇ ਇੱਥੇ ਬੰਦੇ ਵਸਣ ਡੇ ਆ। ਉਹ ਹੋਰ ਸੁਣਾਓ ਚੋਈ ਸਾਹਿਬ, ਖੈਰ ਹੈ ਨਾ? ਤੁਸੀਂ ਟੈਲੀਫੋਨ ਕੀਤਾ, ਮੈਂ ਘਬਰਾ ਹੀ ਗਿਆ। ਖੈਰ ਤੇ ਹੈ? ओ खैर ही खैर है चौधरी साहब, बस एक दो मसले हो गए सन। मैं सोचा फोन की बजाय आप ही जाके गल करते हैं। ਕਰੋ ਜੀ ਕਰੋ, ਗੱਲ ਕਰੋ। ਜਿਸ ਪਿੰਡ 'ਚ ਰਾਣਾ ਨਾ ਹੋਵੇ ਉੱਥੇ ਮਸਲੇ ਬਣ ਹੀ ਜਾਂਦੇ ਆ। ਉਹ ਠਹਿਰ ਜਾ ਰਾਣਾ, ਚੌਧਰੀ ਸਾਹਿਬ ਨੂੰ ਤਾਂ ਪੁੱਛ ਲੈਂਦੇ ਮਸਲਾ ਹੋਇਆ ਕੀ ਹੈ। ਦੱਸੋ ਜੀ ਦੱਸੋ ਕੀ ਮਸਲਾ? ਰਾਣਾ ਅੱਲਾ ਦੀ ਮਿਹਰਬਾਨੀ ਨਾਲ ਹਰ ਮਸਲਾ ਹੱਲ ਕਰੇਗਾ। ਉਹ ਯਾਦ ਨਹੀਂ ਜੇ ਚੌਧਰੀ ਜੀ ਇਹ ਪਿਛਲੇ ਐਤਵਾਰ ਹੀ ਵਿਆਹ ਸੀ ਉਹ ਮਹਿਰਾ ਦਾ। ਹਾਂਜੀ ਹਾਂਜੀ ਹਾਂਜੀ। ਤੇ ਪਿੰਡ ਵਾਲੀ ਢੋਲਕੀ ਵਾਲੀ ਸੀ ਜਿਹੜੀ ਉਹ ਬਿਮਾਰ ਹੋ ਗਈ ਸੀ। ਓਏ ਹੋਏ ਹੋਏ। ਰਾਣੇ ਨੇ ਫਿਰ 2 ਰਾਤਾਂ ਢੋਲਕੀ ਵਜਾਈ ਹੈ ਸਿਰ ਤੇ ਚੁੰਨੀ ਲੈ ਕੇ। ਮੈਂ ਆਨਾ ਕੱਢ ਕਢਾ ਕੇ ਦਿੱਤੇ ਨੇ, ਵਿਆਹ ਤੇ ਰੌਣਕਾਂ ਲੱਗ ਗਈਆਂ।
ਉਹ ਰੌਣਕ ਲਾਈ ਏ ਵਿਆਹ ਦੇ ਵਿੱਚ। ਰਾਣਾ ਸਾਹਿਬ ਨੇ ਆਖਿਆ ਜਿੱਥੇ ਮੈਂ ਢੋਲਕੀ ਤੇ ਚਮਚੀ ਮਾਰ ਲੈਣਾ ਉੱਥੇ ਮੈਂ ਸੱਜੇ ਖੱਬੇ ਹੱਥ ਵੀ ਮਾਰ ਲਾਂਗਾ। ਹਾਂ ਪਿੰਡ ਦੀ ਖੁਸ਼ੀ ਨਹੀਂ ਖਰਾਬ ਹੋਣ ਦਿੰਦੇ ਅਸੀਂ। ਉਹ ਠਹਿਰ ਜਾ ਕਾਕਾ, ਤੂੰ ਢੋਲਕੀ ਦਾ ਇੰਜੀਨੀਅਰ ਹੈ ਤੇ ਮੇਰਾ ਮਸਲਾ ਕੋਈ ਹੋਰ ਹੈ। ਉਹ ਮੈਂ ਬਿਸਮਿਲ੍ਲਾ ਕਰਾਂ, ਕੀ ਮਸਲਾ ਆ ਮੇਰੇ ਭਰਾ ਦਾ? ਖੋਲ ਕੇ ਦੱਸੋ ਚੌਧਰੀ ਜੀ। ਉਹ ਮਸਲਾ ਕੀ ਹੋਣਾ ਜਨਾਬ, ਮਾਲਟਿਆਂ ਦੀ ਫਸਲ ਸਾਡੀ ਬਿਲਕੁਲ ਤਿਆਰ ਖਲੋਤੀ ਆ। ਹਲਾ ਲੈ ਅੱਬਾ, ਰਾਣਾ ਮਾਲਟੇ ਚੋਰੀ ਕਰ ਆਇਆ ਈ। ਉਹ ਰਾਣਾ ਨਹੀਂ ਕਰਦਾ ਚੋਰੀ ਮਾਲਟੇ। ਰਾਣਾ ਉਂਝ ਅੱਲਾ ਵਾਸਤੇ ਮੰਗ ਲੈਂਦਾ, ਚੋਰੀ ਨਹੀਂ ਕਰਦਾ। यार तुम दरमियान में बीच में लड़ना क्यों शुरू कर देते हो? दूसरे गांव से मेहमान आए हुए हैं, उनकी बात तो सुन लो। ਹੁਕਮ ਕਰੋ ਚੌਧਰੀ ਜੀ। ਉਹ ਹੁਕਮ ਕੀ ਕਰਨਾ ਜਨਾਬ, ਬਾਗ ਭਰੇ ਪਏ ਨੇ ਮਾਲਟਿਆਂ ਨਾਲ ਮਾਸ਼ਾਅੱਲਾ ਜੀ। ਤੇ ਨਹਿਰ ਦਾ ਪਾਣੀ ਤੁਹਾਡੇ ਪਿੰਡੋਂ ਲੰਘ ਕੇ ਸਾਡੇ ਤੱਕ ਆਉਂਦਾ ਬਿਲਕੁਲ। ਤੇ ਪਾਣੀ ਹੋ ਰਿਹਾ ਤੁਹਾਡੇ ਪਿੰਡ 'ਚ ਚੋਰੀ। ਚੌਧਰੀ ਜੀ ਸਾਡੇ ਪਿੰਡ 'ਚ ਇਦਾਂ ਦਾ ਕੋਈ ਬੰਦਾ ਨਹੀਂ ਜਿਹੜਾ ਪਾਣੀ ਚੋਰੀ ਕਰੇ। ਐਵੇਂ ਹਰ ਕਿਸੇ ਤੇ ਇਤਬਾਰ ਨਹੀਂ ਕਰ ਲਈਦਾ। ਸੱਜੇ ਖੱਬੇ ਝਾਤੀ ਮਾਰੋ, ਚੋਰ ਇੱਥੇ ਹੀ ਹੋਣਾ। ਓਏ ਉਹ ਸੱਜੇ ਵੀ ਕਾਹਦੇ ਲਈ ਝਾਤੀ ਮਾਰਨੀ, ਜੇ ਖੱਬੇ ਹੀ ਮਾਰ ਲਓ ਤੇ ਫੜੇ ਜਾਣਗੇ। ਇਹ ਪਿਓ ਪੁੱਤਰਾਂ ਨੂੰ 36 ਵਾਰੀ ਸਮਝਾਇਆ ਕਿ ਪੂਰੇ ਪਿੰਡ ਦੀ ਇੱਜ਼ਤ ਬੇਇੱਜ਼ਤੀ ਦਾ ਮਸਲਾ ਹੁੰਦਾ ਹੈ ਤੇ ਕੰਮ ਸਿੱਧੇ ਸਿੱਧੇ ਕਰਿਆ ਕਰੋ। ਹਾਰਦੇ ਨੇ ਇਹ ਦੋਵੇਂ। ਉਹ ਤਾਇਆ ਐਵੇਂ ਇਲਜ਼ਾਮ ਨਾ ਲਾ ਦਿਆ ਕਰ, ਤੂੰ ਮੈਨੂੰ ਕਦੋਂ ਚੋਰੀ ਕਰਦਿਆਂ ਵੇਖਿਆ? ਉਹ ਮੈਂ ਆਪ ਦੋਵਾਂ ਪਿਓ ਪੁੱਤਰਾਂ ਨੂੰ ਵੇਖਿਆ ਮੋਢੇ ਤੇ ਕਈਆਂ ਰੱਖ ਕੇ ਆਉਣ ਡਏ ਆ ਜਦੋਂ ਨਹਿਰ 'ਚ ਟਾਪਾ ਮਾਰ ਕੇ। ਅੱਧੀ ਰਾਤ ਕਈ ਦਾ ਕੀ ਕੰਮ, ਅੱਧੀ ਰਾਤ ਕਈ ਮੋਢੇ ਤੇ ਲੈ ਕੇ ਜਾਂਦੇ ਆ। वैसे ये बात ठीक है कि एक आध शख्स ही गांव की इज्जत बनाता है और एक आध शख्स ही होता है जो बर्बाद करता है। ਉਹ ਤਰਲੇ ਲੈਂਦਾ ਰਿਹਾ ਜੀ, ਜਦੋਂ ਵੀ ਇਹਨਾਂ ਨੂੰ ਕਿਸੇ ਮੰਦੇ ਕੰਮ ਤੋਂ ਮੋੜਿਆ ਇਹ ਦੋਵੇਂ ਪਿਓ ਪੁੱਤਰ ਸੀਨਾ ਤਾਣ ਕੇ ਤੇ ਸਾਹਮਣੇ ਖਲੋ ਜਾਂਦੇ ਨੇ, ਸ਼ਰੀਕਾ ਵਹਾਣ ਲੱਗ ਪੈਂਦੇ ਨੇ। ਉਹ ਖੜ ਜਾਓ ਤੁਸੀਂ, ਪਿੰਡ ਦਾ ਚੌਧਰੀ ਮੈਂ ਆ, ਮੇਰੀ ਬਿਸਤੀ ਹੋ ਰਹੀ ਹੈ। ਇਸੇ ਗੱਲੋਂ ਤੇ ਇਹੀ ਕਲਪਣ ਡਏ ਆ, ਇੱਜ਼ਤ ਬੀਤੀ ਤੇ ਤੁਹਾਡੀ ਏ। ਹਾਂ। ਤੁਹਾਡਾ ਤੇ ਹੁਣ ਇਸ ਵੇਲੇ ਦਿਲ ਕਰਨ ਡਿਆ ਹੋਣਾ ਕਿ ਜ਼ਮੀਨ ਪਾਟੇ ਤੇ ਮੈਂ ਇਹਦੇ 'ਚ ਦਫਨ ਹੋ ਜਾਵਾਂ। ਉਹ ਨਹੀਂ ਚਾਚਾ ਜੀ, ਖੈਰੀ ਸੱਲਾ ਜ਼ਮੀਨ ਕਿਉਂ ਪਾਟੇ? ਸਾਡਾ ਚੌਧਰੀ ਤੇ ਕਿਸੇ ਖੁੱਡ 'ਚ ਵੀ ਵੜ ਸਕਦਾ। ਤੁਸੀਂ ਬੇਫਿਕਰ ਰਹੋ ਚੌਧਰੀ ਜੀ। ਇਹ ਜਿਹੜਾ ਬੰਦਾ ਵੀ ਪਾਣੀ ਚੋਰੀ ਦੇ ਕੇਸ 'ਚ ਮੁਲੱਬਸ ਪਾਇਆ ਗਿਆ, ਮੈਂ ਉਹਦੀ ਤਬੀਅਤ ਸਾਫ਼ ਕਰ ਦੂੰਗਾ। ਉਹ ਚੌਧਰੀ ਸਾਹਿਬ, ਤੁਸੀਂ ਮੈਨੂੰ ਆਪ ਤੇ ਕਹੇ ਸੀ ਕਿ ਸ਼ਹਿਜ਼ਾਦੋ ਜਾ ਕੇ ਮੇਰੀ ਜ਼ਮੀਨਾਂ ਨੂੰ ਪਾਣੀ ਲਾਇਆ। ਓਏ ਬਕ ਨਾ ਕਰ ਓਏ, ਉਲਟਾ ਇਲਜ਼ਾਮ ਤੂੰ ਚੌਧਰੀ ਤੇ ਲਾ ਰਿਹਾ। ਤੈਨੂੰ ਪਾਣੀ ਲਾਉਣ ਦਾ ਕਿਹਾ ਸੀ, ਪਾਣੀ ਚੋਰੀ ਕਰਨ ਦਾ ਨਹੀਂ ਸੀ ਕਿਹਾ। ਮੈਂ ਵੀ ਲਾ ਕੇ ਆਇਆ, ਮੈਂ ਕਿਹੜਾ ਚੋਰੀ ਕਰਕੇ ਲਾ ਕੇ आया। चौधरी साहब, आपको एहतियात करनी चाहिए। आपको अपनी बारी पे पानी लगाना चाहिए। आप क्यों अपनी बारी से हट कर कह देते हैं, हुक्म दे देते हैं कि पानी लगाओ? ਲੈ ਅਬੇ ਹੁਣ ਜਰਾ ਕਰਾਤਾ ਨੇ ਨਾਲ ਚੌਧਰੀ ਸਾਹਿਬ ਨੂੰ ਵੀ ਸ਼ਰਮਿੰਦਾ। ਰੱਬ ਜਾਣਦਾ ਚੌਧਰੀ ਸਾਹਿਬ ਦਾ ਤੇ ਵਾਸ ਨਹੀਂ ਚੱਲਣ ਡਿਆ, ਵਰਨਾ ਪੱਖੇ ਨਾਲ ਲਟਕ ਕੇ ਫਾਹ ਲੈ ਲੈਣ। ਉਹ ਪੱਖੇ ਨਾਲ ਕਿਉਂ ਲਮਕਣਾ? ਚੌਧਰੀ ਸਾਹਿਬ ਨੇ ਐਵੇਂ ਪੱਖਾ ਵੀ ਸੁੱਟਣਗੇ। ਇਹ ਕੰਮ ਤੇ ਚੌਧਰੀ ਸਾਹਿਬ ਥੱਲੇ ਖਲੋ ਕੇ ਸੇਬੇ ਨਾਲ ਵੀ ਕਰ ਸਕਦੇ ਆ। ओ भाई, एक दूसरे से लड़ने के बजाय गांव की इज्जत का ख्याल करो। ਆਪ ਹੀ ਬੰਦਾ ਫੜ ਲਓ, ਮੇਰੇ ਹੱਥੇ ਚੜ ਗਿਆ ਤੇ ਮੈਂ ਲੱਤਾਂ ਵੱਢ ਦੇਣੀਆਂ। ਲਓ ਉਹ ਸ਼ਹਜ਼ਾਦ ਮੰਨ ਜਾ, ਹਲੀ ਵੀ ਐਡਾ ਕਿ ਤੇਰਾ ਕੱਦ ਆ, ਚੌਧਰੀ ਨੇ ਜੇ ਵੜਦੀਆਂ ਨਾ ਤੇਰੀਆਂ ਲੱਤਾਂ ਤੇ ਬਤਕ ਲੱਗਣ ਲੱਗ ਪਏਗਾ। ਉਹ ਮੈਨੂੰ ਕੋਈ ਡਰ ਨਹੀਂ, ਡਰਨ ਤੇ ਉਹ ਜਿਹੜੇ ਪਹਿਲੀ ਚੋਰੀ ਦੇ ਕੇਸ 'ਚ ਲੱਤਾਂ ਬਣਵਾ ਕੇ ਵਿਸਾਖੀਆਂ ਲੈ ਕੇ ਫਿਰਨ ਡਏ ਨੇ। ਉਹ ਬੰਦੇ ਦਾ ਪੁੱਤਰ ਬਣ ਕੇ ਗੱਲ ਕਰ, ਮੈਂ ਤੈਨੂੰ ਦੱਸ ਛੱਡਾਂ। ਮੈਂ ਮੂੰਹ ਤੇ ਗੱਲ ਕਰਨਾ ਤਾਇਆ। ਡਾਇਰੈਕਟ ਨੇ ਤੈਨੂੰ ਚੋਰ ਕਹਿਤਾ ਹੈ। ਮੈਨੂੰ ਲੱਗਦਾ ਲੜਾਈ ਹੋ ਬਣੀ ਆ ਤੇ ਮੈਂ ਫਿਰ ਘਰ ਚਲੇ ਜਾਵਾਂ। ਉਹ ਰਾਣਾ ਸਾਹਿਬ ਇੱਥੇ ਪਵੋ, ਏਡੀ ਕਿਹੜੀ ਗੱਲ ਹੈ, ਗੱਲ ਮੂੰਹ ਤੇ ਕਰਾਂਗੇ। ਚੌਧਰੀ ਸਾਹਿਬ ਤੁਸੀਂ ਆਪ ਜਨਾਬ ਕਰੋ ਤਫਤੀਸ਼। ਜੇ ਕੋਈ ਬੰਦਾ ਮੁਲਵਸ ਹੋਵੇ, ਮੈਂ ਤੇ ਆਪ ਆਨਾ ਭੰਨੋ ਉਹਦੀਆਂ ਲੱਤਾਂ। ਅਦੇ ਹੁਣ ਜ਼ਰਾ ਕਰੇ ਕੋਈ ਤੇ ਭਰੇ ਕੋਈ। ਇੱਕ ਬੰਦਾ ਇਹੋ ਜਿਹੀ ਚਵਲ ਮਾਰਦਾ ਤੇ ਸਾਰਾ ਪਿੰਡ ਬਦਨਾਮ ਹੋ ਜਾਂਦਾ। ਉੱਤੋਂ ਚੌਧਰੀ ਸਾਹਿਬ ਦੀ ਇੱਜ਼ਤ ਕੀ ਐਸਲੇ ਹਾਲਤ ਹੋਣੀ ਹੈ ਚੌਧਰੀ ਸਾਹਿਬ ਦੀ। ਇਹ ਤਾਂ ਰੱਬ ਜਾਣਦਾ ਸੋਚਣ ਡਏ ਹੋਣਗੇ ਕਿ ਉੱਠ ਕੇ ਜਾ ਕੇ ਕਿਤੇ ਨਹਿਰ 'ਚ ਛਾਲ ਮਾਰ ਕੇ ਡੁੱਬ ਕੇ ਮਰ ਜਾਵਾਂ। ਉਹ ਨਹਿਰ 'ਚ ਛਾਲ ਮਾਰਨ ਦੀ ਕਾਹਦੀ ਲੋੜ ਆ ਚੌਧਰੀ ਸਾਹਿਬ ਨੂੰ ਚਾਚਾ ਜੀ? ਜਿੱਦੇ ਕਿ ਚੌਧਰੀ ਆ, ਇਹ ਤੇ ਚੁੱਲੀ ਭਰ ਪਾਣੀ 'ਚ ਵੀ ਡੁੱਬ ਸਕਦੇ ਆ। वैसे ये बात बड़ी अफसोसनाक है। सब एक से नहीं होते हैं। कोई एक शख्स, उसकी अच्छाई, उसकी नेकी जो है वो सबके लिए नेकनामी का बाइस बनती है और किसी एक शख्स की बुराई सबके लिए बुराई बन जाती है। ਹਾਂ ਬਿਲਕੁਲ ਸਹੀ ਆਂਦੇ ਹੋ ਤੁਸੀਂ ਅਲੀ ਬਾਊ ਜੀ। ਆ ਕੱਲੇ ਰਾਣੇ ਨੇ ਪਿੰਡ ਸੰਭਾਲਿਆ ਅਜੇ। ਕੋਈ ਕੰਮ ਵੀ ਹੋਵੇ, ਆ ਤੁਹਾਨੂੰ ਪਤਾ ਪਿੱਛੇ ਜਿਹੜੇ ਸਲਾਬ ਆਏ ਆ, ਰਾਣੇ ਨੇ ਪੂਰੇ ਪਿੰਡ 'ਚ ਮੰਜੀਆਂ ਕੋਠਿਆਂ ਤੇ ਚੜਾਈਆਂ, ਬਿਸਤਰੇ ਚੜਾਏ, ਪੇਟੀਆਂ ਚੜਾਤੀਆਂ ਪਿੰਡ ਦੇ ਛੱਤਾਂ ਤੇ।
ਕਿਆ ਬਾਤ ਹੈ ਜੀ, ਹਰ ਇੱਕ ਦੀ ਖਿਦਮਤ ਕੀਤੀ ਹੈ। ਆਹੋ ਤੇ ਮੁਫਤ ਚਾੜੀਆਂ ਹੀ ਹਰ ਘਰ ਕੋਲੋਂ 500 ਰੁਪਏ ਲਿਆ। ਅੱਬਾ ਆਟਾ ਤੇ ਗੁੜ ਵੱਖਰਾ ਲਿਆਂਦਾ ਰਿਹਾ। ਉਹ ਤੁਸੀਂ ਤੇ ਨਾ ਕਿਸੇ ਨੂੰ ਖਾਂਦਿਆਂ ਵੇਖਦੇ ਹੋ ਨਾ ਭੁੱਖਿਆਂ ਵੇਖਦੇ ਹੋ। ਏਡੇ ਜਿਹੜੇ ਗੁੜ ਦੇ ਦਿੱਤੇ ਨੇ ਅਗਲਿਆਂ ਨੇ। ਚਾਚਾ 10-10 ਹਜ਼ਾਰ ਲਿਆ ਸਲਾਬ 'ਚ ਖਾਲੀ ਕਸ਼ਤੀ 'ਚ ਬਹਿਣ ਦਾ ਲੋਕਾਂ ਨੇ, ਹਾਂ ਤੇ ਰਾਣੇ ਦਾ 500 ਵੀ ਇਹਨਾਂ ਨੂੰ ਲੜਨ ਦਿਆ। ਤੇ ਆ ਜਿਹੜੇ ਗੁੜ ਦੀ ਗੱਲ ਕਰਨ ਦੀ ਉਹ ਹੀ ਹੈ ਨਾ ਜਿਹੜਾ ਅੱਧਾ ਕਿਲੋ ਲੈ ਆਇਆ ਹੈ ਬਈ, ਚਲੋ ਹੁੱਕੇ ਚ ਰੱਖ ਲੈਣਾ ਕਰਨਾ। ਆ ਗੁੜ ਕਿਹੜਾ ਵੀ ਏਡਾ ਵੀ ਨਵਾਂ ਦਿੱਤਾ ਉਹਨਾਂ ਨੇ। ਮੈਂ ਕਹਿੰਦਾ ਸਲਾਬ 'ਚ ਰਾਣਾ ਟੁੱਬੀ ਮਾਰ ਕੇ ਥੱਲੇ ਜਾਂਦਾ ਸੀ ਤੇ ਵੇਖਣ ਵਾਲੇ ਸਮਝਦੇ ਸੀ ਕਿ ਡੋਲਫਨ ਵੀ ਰੁੜ ਕੇ ਆਈਆਂ। ਉਹ ਚੌਧਰੀ ਸਾਹਿਬ ਰੱਬ ਦੀ ਰਹਿਮਤ ਨਾਲ ਦਲੇਰੀ ਨਾਲ ਰਾਣਾ ਕੰਮ ਕਰਦਾ ਰਿਹਾ। ਮੰਨਣ ਵਾਲੀ ਤੁਹਾਡੇ ਸਾਰੇ ਪਿੰਡ ਚ ਰਾਣੇ ਨੇ ਸੱਪ ਨਹੀਂ ਵੜਨ ਦਿੱਤਾ। ਇਹ ਵੀ ਤੇ ਵੇਖੋ, ਕੋਈ ਜ਼ਹਿਰੀਲਾ ਸੱਪ ਨਹੀਂ ਵੜਨ ਦਿੱਤਾ। ਜ਼ਹਿਰੀਲੇ ਸੱਪ ਫੜ ਫੜ ਕੇ ਕੀਮ ਨੂੰ ਦਿੱਤੇ ਨੇ ਕਿ ਦਵਾਈ ਬਣਾ ਲਏਗਾ। 50 ਰੁਪਏ ਸੱਪ ਦਿੰਦਾ ਸੀ ਉਹ। ਸਾਦਾ ਸੱਪ ਅੱਗੇ ਜਾਣ ਦਿੱਤਾ, ਚੱਲ ਨਿਕਲ ਇਥੋਂ। ਸਾਡੇ ਕੰਮ ਦਾ ਨਹੀਂ, ਅਸੀਂ ਕਦ ਲਈ ਐਵੇਂ ਮੁਤੱਕਾ ਲਾਈਏ। ਉਹ ਸਾਦੇ ਸੱਪ ਨੂੰ ਤੇ ਮੈਂ ਕਿਹਾ ਜਾ ਭਾਈ ਸਾਡੇ ਵਾਸਤੇ ਤੂੰ ਗਡੋਇਆ ਹੀ ਏ। ਚੌਧਰੀ ਸਾਹਿਬ ਜਨਾਬ ਤੁਹਾਡਾ ਇਹ ਬੰਦਾ ਬੜਾ ਕੰਮ ਦਾ ਲੱਗਦਾ ਮੈਨੂੰ। ਬਿਲਕੁਲ। ਥੋੜੇ ਦਿਨਾਂ ਲਈ ਸਾਨੂੰ ਦੇ ਦਿਓ, ਸਾਡੇ ਪਿੰਡ 'ਚ ਚੂਹਾ ਬੜਾ ਹੋ ਗਿਆ। ਉਹ ਚੌਰੀ ਜੀ ਹੁਕਮ ਕਰੋ, ਤੁਹਾਡੇ ਪਿੰਡ ਸ਼ਿਫਟ ਹੋਏ ਨੇ ਆ, ਇੱਕ ਚੂਹਾ ਨਹੀਂ ਰਹੇਗਾ ਤੁਹਾਡੇ ਪਿੰਡ, ਪਰ ਫੀ ਚੂਹਾ ਮੈਂ 10 ਰੁਪਏ ਲਾਂਗਾ। ਉਹ ਪੁੱਤਰ ਧਿਆਨ ਕਰ ਲੈ, ਐਵੇਂ ਉੱਥੇ 5-6 ਚੂਹੇ ਹੋਣ, ਕਿੱਥੇ 50-60 ਵਾਸਤੇ ਪਿੰਡ ਛੱਡ ਦਈਏ। ਉਹ ਚਾਚਾ ਆਪਣੇ ਪਿੰਡ ਦੇ ਵੀ ਚੂਹੇ ਪਾ ਕੇ ਮੈਂ 150-200 ਤੇ ਕਰ ਹੀ ਦੇਣਾ। ਇਹ ਸੁਣਿਆ ਜੇ ਚੌਧਰੀ ਸਾਹਿਬ, ਇਹ ਬੇਈਮਾਨੀ ਦੇ ਜ਼ੁਮਰੇ 'ਚ ਨਹੀਂ ਆਉਂਦਾ ਕਿ ਆਪਣੇ ਪਿੰਡ ਦੇ ਚੂਹੇ ਉਹਨਾਂ ਦੇ ਹਿਸਾਬ 'ਚ ਪਾਉਂਦੇ ਆ। ਉਹ ਠਹਿਰ ਜਾ, ਏਡੀ ਤੂੰ ਗੱਲ ਕਰਨ ਡਿਆ। ਚੂਹਾ ਚੂਹਾ ਹੀ ਹੁੰਦਾ, ਭਾਵੇਂ ਆਪਣੇ ਪਿੰਡ ਦਾ ਹੋਵੇ ਤੇ ਭਾਵੇਂ ਬਗਾਨੇ ਪਿੰਡ ਦਾ। ਚੂਹੇ ਤੇ ਕਿਹੜੀ ਨੰਬਰ ਪਲੇਟ ਲੱਗੀ ਹੁੰਦੀ ਆ? ਨਾਲੇ ਮੇਰਾ ਮਤਲਬ ਹੈ ਸਾਰੇ ਪਿੰਡ ਸਾਡੇ ਪਾਕਿਸਤਾਨ ਦੇ ਨੇ। ਇਹ ਚੂਹਿਆਂ ਨੇ ਬਰਬਾਦ ਕੀਤੀਆਂ ਹੁੰਦੀਆਂ ਫਸਲਾਂ। ਇਹ ਸਾਰੇ ਮੁਕੜੇ ਚਾਹੀਦੇ ਨੇ, ਭਾਵੇਂ ਉਹਨਾਂ ਦੇ ਪਿੰਡ ਦੇ ਹੋਣ ਭਾਵੇਂ ਸਾਡੇ ਪਿੰਡ ਦੇ। ਚਲੋ ਐਡਾ ਤੁਹਾਨੂੰ ਬੇਈਮਾਨੀ ਲੱਗਦੀ ਹੈ ਤੇ ਆਪਣੇ ਪਿੰਡ ਦੇ ਚੂਹੇ ਆਪਣੇ ਚੌਧਰੀ ਕੋਲੋਂ ਗਣਾ ਕੇ ਤੇ ਉਹਨਾਂ ਦੇ ਪੈਸੇ ਉਹਨਾਂ ਕੋਲ ਲੈ ਲਾਂਗੇ। ਇਹ ਆਪਣੇ ਚੂਹਿਆਂ ਦੇ ਦੇ ਦੇਣ, ਮਗਰ ਰਾਣਾ ਸਾਹਿਬ ਤੇ ਜਿੰਨੇ ਚੂਹੇ ਵਹਾਣਗੇ ਉਹਦੇ ਹਿਸਾਬ ਨਾਲ 10 ਰੁਪਏ ਦੇਣੇ ਪੈਣੇ ਨੇ ਤੁਹਾਨੂੰ। ਉਹ ਖਲੋ ਜੋ 1 ਮਿੰਟ, ਮੈਂ ਆਪਣੇ ਮਸਲੇ ਲੈ ਕੇ ਆਇਆ, ਤੁਸੀਂ ਇਹ ਤਾਂ ਚੂਹਾ ਜੰਗ ਸ਼ੁਰੂ ਕਰ ਦਿੱਤੀ ਹੈ। ਉਹ ਚੌਰੀ ਜੀ ਸ਼ਰੀਕਾ ਜੇ ਦੋਵੇਂ ਸਕੇ ਭਰਾ ਨੇ ਤੇ ਆਪਸ 'ਚ ਇਹਨਾਂ ਦੀ ਲੜਾਈ ਖਤਮ ਹੀ ਨਹੀਂ ਹੁੰਦੀ। ਉਹ ਨਹੀਂ ਜੀ ਸ਼ਰੀਕਾ ਕਾਹਦਾ ਜਨਾਬ, ਇਹਨਾਂ ਨੇ ਰਾਣਾ ਸਾਹਿਬ ਕੋਲ ਹੀ ਸੜ ਬਾਰ ਜਾਣਾ। ਇਹ ਰਾਣਾ ਸਾਹਿਬ ਚੌਧਰੀ ਸਾਹਿਬ ਦਮਾਦ ਨੇ ਮੇਰੇ। ਅੱਛਾ ਜੀ। ਜਦੋਂ ਦੇ ਪਿੰਡ ਚ ਆਏ ਨੇ ਪਿੰਡ ਦਾ ਮੂੰਹ ਮੱਥਾ ਬਣ ਗਏ ਨੇ। ਇਹ ਤੇਰੀਆਂ ਦੁਆਵਾਂ ਚਾਚਾ, ਸਿਰਫ ਤੇਰੀਆਂ ਦੁਆਵਾਂ। ਅਲੀ ਬਾਬੂ ਜੀ ਆ ਪਿੰਡ ਦਾ ਜਿਹੜਾ ਪਟਵਾਰੀ ਆ, ਪਟਵਾਰੀ ਉਹ ਮੇਰੇ ਕੋਲ ਲੱਤਾਂ ਘਟਾਉਂਦਾ ਜੇ। ਇਹ ਜੀ ਸਾਡਾ ਮੂੰਹ ਮੱਥਾ। ਉਹ ਮੂੰਹ ਮੱਥਾ ਰੋਵੇ ਮੂੰਹ ਮੱਥੇ ਨੂੰ। ਇਹ ਜਦੋਂ ਪਿੰਡ 'ਚ ਲਾਈਨਮੈਨ ਆਉਂਦਾ, ਮੀਟਰ ਰੀਡਰ ਆਉਂਦੇ ਆ, ਤੁਹਾਨੂੰ ਲਾਉਂਦਾ ਕੋਈ ਮੂੰਹ? ਜਦੋਂ ਆਵਾਜ਼ ਮਾਰਦੇ ਆ ਰਾਣੇ ਨੂੰ ਮਾਰਦੇ ਆ, ਉਹ ਰਾਣੇ ਆ ਲੈ ਫੜ 100 ਰੁਪਇਆ ਤੇ ਪਾਣੀ ਦੀ ਬੋਤਲ ਲਿਆ, ਬਾਕੀ ਤੇਰੇ। ਤੁਸੀਂ ਕਦੀ ਕਿਹਾ ਬਾਕੀ ਤੇਰੇ? ਇਹ ਉਹੀ ਕਹਿ ਸਕਦਾ ਜਿਹਨੂੰ ਅੱਲਾ ਨੇ ਦਿੱਤਾ ਹੋਵੇ। ਅੱਛਾ ਇਹ ਗੱਲ ਏ। ਇਹ ਲੈ ਫੜ ਰਾਣਾ 100 ਰੁਪਇਆ, 50 ਰੁਪਏ ਦੀ ਖਾਮੋਸ਼ੀ ਤੇ ਬਾਕੀ ਤੇਰੇ। ਵੇਖਿਆ ਜੇ, ਵੇਖਿਆ ਜੇ, ਨਾਲ ਦੇ ਪਿੰਡ ਦਾ ਵੀ ਚੌਧਰੀ ਕਹਿਣ ਡਿਆ ਵੀ ਬਾਕੀ ਦੇ ਤੇਰੇ। ਸਦਕੇ ਜਾਵਾ ਪੁੱਤਰ, ਇਹ ਹੀਰੇ ਦੀ ਕਦਰ ਜੌਹਰੀ ਜਾਣਦਾ, ਜਾਂ ਜੌਹਰੀ ਜਾਣਦਾ ਜਾਂ ਚੌਧਰੀ ਜਾਣਦਾ। ਬਸ ਰਾਣਾ ਸਾਹਿਬ ਹੁਣ ਖਾਮੋਸ਼ੀ। ਚੌਧਰੀ ਸਾਹਿਬ ਇੱਕ ਮਸਲਾ ਹੋਰ ਹੈ। ਖੁੱਲੇ ਦਿਲ ਦੱਸੋ ਚੌਰੀ ਜੀ। ਉਹ ਬਾਹਰ ਮੇਨ ਸੜਕ ਦੇ ਉੱਤੇ ਗੰਨੇ ਵਾਲਾ ਟਰਾਲਾ ਖਰਾਬ ਖਲੋਤਾ ਹੈ। ਉਹਦਾ ਡਰਾਈਵਰ ਸ਼ਿਕਾਇਤ ਲੈ ਕੇ ਆਇਆ ਤੇ ਡਰਦਾ ਅੰਦਰ ਨਹੀਂ ਆਉਣ ਡਿਆ। ਉਹ ਸੱਦੋ ਜੀ, ਸੱਦੋ ਉਹਨੂੰ। ਉਹ ਕਰਮਿਆ, जी चौधरी साहब, ਉਹ ਕਿੱਥੇ ਹੀ ਡਰਾਈਵਰ? वो बाहर खलोता है जी। ਤੇ ਲਿਆ ਉਹਨੂੰ ਅੰਦਰ। अच्छा जी। ਚੌਧਰੀ ਜੀ ਕੋਈ ਮਹਿਮਾਨਾਂ ਲਈ ਰੋਟੀ ਟੁੱਕਰ ਦਾ ਬੰਦੋਬਸਤ ਨਹੀਂ ਕਰਨਾ? ਉਹ ਨਾ ਨਾ ਜਨਾਬ, ਰੋਟੀ ਪਾਣੀ ਦਾ ਕੋਈ ਤਕੱਲਫ ਨਾ ਕਰਨਾ, ਮੈਂ ਰੱਜ ਕੇ ਆਇਆ ਜਨਾਬ। ਉਹ ਨਹੀਂ ਚੌਧਰੀ ਜੀ ਕੋਈ ਤਕੱਲਫ ਨਾ ਕਰੋ, ਇੱਥੇ ਭਾਵੇਂ ਖੁੱਲੀ ਥਾਂ ਤੇ ਬਹਿ ਕੇ ਖਾਓ। ਰਾਣਾ ਮਹਿਮਾਨ ਦੀ ਰੋਟੀ ਤੇ ਮੱਖੀ ਨਹੀਂ ਬਹਿਣ ਦਿੰਦਾ। ਇਹੋ ਜਿਹੀ ਝੱਲ ਮਾਰਦਾ ਵੀ ਮੱਖੀਆਂ ਨੂੰ ਵਕਤ ਪੈ ਜਾਂਦਾ ਵੀ ਜਾਣਾ ਕਿਹੜੇ ਪਾਸੇ ਆ। ਸਦਕੇ ਜਾਵਾ ਪੁੱਤਰ, ਥੋੜਾ ਬੱਸਾਂ 'ਚ ਪੱਖਾ ਝੱਲੇ ਆ ਤੂੰ। ਲੈ ਵੀ ਰਾਣਾ, ਹੁਣ ਤੇਰੀ ਆਵਾਜ਼ ਆਈ ਤੇ ਮੈਂ 100 ਨਾਲ 100 ਵਾਪਸ ਲਾਂਗਾ। ਠੀਕ ਹੈ ਚੌਧਰੀ ਜੀ, ਮੈਨੂੰ ਕੀ ਬੋਲਣ ਦੀ ਲੋੜ ਆ? 100 ਮੈਂ ਵਾਪਸ ਕਰਾਂ, ਮੈਂ
100 ਕੋਈ ਮਾਮੂਲੀ ਚੀਜ਼ ਆ? 100 ਰੁਪਏ ਹੁੰਦਾ ਚਾਚਾ। ਠੀਕ ਹੈ ਰਾਣੇ ਨੂੰ ਕੀ ਲੋੜ ਹੈ ਵੀ ਵਾਪਸ ਕਰ? ਰਾਣਾ ਚੁੱਪ ਕਰਕੇ ਬੈਠੇਗਾ, ਚੁੱਪ ਕਰਕੇ ਬੈਠਾ ਰਾਣਾ ਲਾਓ ਕਰੇ ਦੁਨੀਆ ਗੱਲਾਂ। ਓਏ ਰਾਣਾ, ਤੈਨੂੰ ਖੁਦਾ ਦਾ ਨਾਂ ਹੀ ਚੁੱਪ ਕਰ ਜਾ। सलाम चौधरी साहब। ਵਾਲੇਕਮ ਸਲਾਮ। ਉਹ ਕਾਕਾ ਤੈਨੂੰ ਚੌਧਰੀ ਸਾਹਿਬ ਨੇ ਕਿਹਾ ਸੀ ਡਰਾਈਵਰ ਨੂੰ ਲੈ ਕੇ ਆ, ਤੂੰ ਟਰਾਲੇ ਚੋਂ ਜੈਕ ਕੱਢ ਕੇ ਲੈ ਆਇਆ। ओ जी यही है ट्राले दा ड्राइवर। ਸ਼ਾਬਾਸ਼। ਵਾਹ ਚਾਚਾ, ਮੈਂ ਮੁੱਛਾਂ ਵਾਲੀਆਂ ਬਿੱਲੀਆਂ ਪਹਿਲੀ ਵਾਰ ਵੇਖੀਆਂ। ਓਏ ਟਰਾਲੇ ਦਾ ਡਰਾਈਵਰ ਏ? हाँ जी। ਇਹਨੂੰ ਤੇ ਤਿੰਨਾਂ ਪਹੀਆਂ ਵਾਲਾ ਸਾਈਕਲ ਵੀ ਟਰਾਲਾ ਹੀ ਲੱਗਦਾ ਹੋਣਾ। ਓਏ ਡਰਾਈਵਰ ਹੈ ਜਨਾਬ, ਹਲਾ 2 ਦਿਨ ਹੋ ਗਏ ਨੇ ਇਹਦਾ ਟਰਾਲਾ ਖਰਾਬ ਹੋ ਕੇ ਖਲੋਤਾ ਹੈ। 2 ਦਿਨਾਂ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਗੰਨੇ ਚੋਰੀ ਹੋ ਗਏ ਨੇ। ਹੁਣ ਬੋਲੋ ਰਾਣਾ ਸਾਹਿਬ, ਕੌਣ ਟਰਾਲੇ ਦੇ ਵਿੱਚੋਂ ਗੰਨੇ ਖਿੱਚ ਕੇ ਚੁੱਪਣ ਦਾ ਮਸ਼ਵਰਾ ਦੇ ਰਿਹਾ ਸੀ? ਅੱਛਾ, ਰਾਣਾ ਸਾਹਿਬ ਕਿਹਾ ਆਹੋ ਪੁੱਤਰ, ਕਹਿਣਗੇ ਕਿਉਂ ਨਹੀਂ, ਤੇ ਮਸ਼ਵਰਾ ਹੀ ਦੇ ਰਹੇ ਹਨ ਨਾ ਰਾਣਾ ਸਾਹਿਬ, ਆਪ ਤਾਂ ਨਹੀਂ ਨਾ ਚੂਪੇ ਉਹਨਾਂ ਨੇ। ਇਹ ਤਾਂ ਤੁਹਾਡੇ ਪਿੰਡ ਦਾ ਭਲਾ ਕੀਤਾ ਰਾਣਾ ਸਾਹਿਬ ਨੇ। ਉੱਥੇ ਟਰਾਲਾ ਖਰਾਬ ਖਲੋਤਾ, ਗੰਨੇ ਉੱਥੇ ਹੀ ਪਏ ਸੁੱਕ ਜਾਣੇ ਹਨ। ਰਾਣਾ ਸਾਹਿਬ ਨੇ ਸੋਚਿਆ ਗੰਨੇ ਜਾਇਆ ਹੋ ਜਾਣਗੇ, ਚਲੋ ਕਿਸੇ ਦੇ ਹਲਕ ਚ ਉਤਰ ਜਾਵੇ ਜੂਸ, ਤੇ ਕਿਹੜੀ ਭੈੜੀ ਗੱਲ ਏ। ਲੱਖ ਰੁਪਏ ਦੀ ਗੱਲ ਕੀਤੀ ਚਾਚਾ। ਉਹ ਤਾਇਆ ਸਿਰਫ ਲੋਕਾਂ ਨੇ ਨਹੀਂ ਚੂਪੇ, ਰਾਣੇ ਨੇ 2 ਦਿਨਾਂ 'ਚ ਇੰਨਾ ਕਿ ਗੰਨਾ ਚੂਪਿਆ, ਮੁਮਕਿਨ ਹੈ ਇਹਨੂੰ ਸ਼ੂਗਰ ਹੋ ਗਈ ਹੋਵੇ। ਅੱਲਾ ਕੋਲ ਖੈਰ ਮੰਗ। ਓਏ ਆ ਤੂੰ ਤੇ ਇਹ ਗੱਲੋਂ ਨਹੀਂ ਚੂਪਦਾ ਵੀ ਤੇਰੇ ਦਾੜ ਨੂੰ ਕੀੜਾ ਲੱਗਾ। ਇਹਦੇ ਪੁੱਤਰ ਦਿਮਾਗ 'ਚ ਵੀ ਕੀੜਾ ਹੈ, ਮੇਰਾ ਦਾੜ ਨੂੰ ਹੀ ਨਹੀਂ ਲੱਗਾ। वैसे बड़े अफसोस की बात है कि आपके गांव से किस तरह की शिकायत आ रही है। चौधरी साहब, आपको चाहिए कि आप ये ट्राले वाले का फैसला करें। अब अगर गांव की सड़क पर उसका ट्राला खराब हो गया है तो इसका मतलब क्या ये तो नहीं है कि उसका गन्ना निकाल के लोग जो है वो माल खराब करना शुरू कर दें? ਕਰ ਲੈਣੇ ਆ ਜੀ, ਕਰ ਲੈਣੇ ਆ। ਹੁਣੇ ਗੱਲ ਸੁਣੋ ਰਾਣਾ, ਆ ਤੇਰੇ ਮਸ਼ਵਰੇ ਦੇ ਨਾਲ ਪਿੰਡ ਦੇ ਬੱਚੇ ਭੂਤ ਰਹੇ ਆ। ਜਿੰਨੇ ਵੀ ਗੰਨੇ ਚੂਪੇ ਆ ਨਾ, ਉਹਨਾਂ ਕੋਲੋਂ ਪੈਸੇ ਇਕੱਠੇ ਕਰਕੇ ਤੇ ਡਰਾਈਵਰ ਨੂੰ ਦਿਓ। ਉਹ ਚੌਧਰੀ ਜੀ, ਪਿੰਡ ਦੇ ਨਿੱਕੇ ਨਿੱਕੇ ਬੱਚੇ ਗੰਨੇ ਚੂਪ ਗਏ ਆ, ਮਾਸੂਮ ਬੱਚੇ। ਮੈਂ ਕਿਹਦੇ ਕੋਲ ਪੈਸੇ ਫੜਦਾ ਫਿਰਾਂ? ਕਿਹੜਾ ਬੱਚਾ ਫੜਦਾ ਫਿਰਾਂ? ਤੁਸੀਂ ਕੋਈ ਸਜ਼ਾ ਦੇ ਤੌਰ ਤੇ ਮੇਰੇ ਕੋਲੋਂ ਕੰਮ ਕਰਾ ਲਓ। ਜਿਵੇਂ ਤੁਹਾਡੇ ਚਾਹ ਵਾਲੇ ਭਾਂਡੇ ਮੇਰੇ ਕੋਲ ਡਿੱਗੇ ਸੀ ਤੇ ਵੱਡੀ ਤੱਕ ਮੈਂ ਤੁਹਾਡਾ ਲੇਲਾ ਨਵਾਉਂਦਾ ਰਿਹਾ ਹਾਂ। ਹੁਣ ਹੁਕਮ ਕਰੋ ਤੇ ਅਤਵਾਰ ਦੇ ਅਤਵਾਰ ਤੁਹਾਨੂੰ ਨਵਾ ਦਿਆ ਕਰੂੰ ਆ ਕੇ। नाज़रीन, इसके साथ ही हम लेते हैं एक ब्रेक, मिलते हैं ब्रेक के बाद। ये खबर तो अच्छी है, अगर बच्चों को जगाने का ये तरीका जोर पकड़ गया तो बैंड वालों का तो बिजनेस चमक जाएगा। खैर, ये इसके दिल से निकला है, चमक जाएगा। नाज़रीन, पेशे खिदमत है आज का खबरनामा। नाज़रीन, न्यूज़ जेम्स बॉन्ड 0092 इस्लाही तनकीदी दिलचस्प खबरें लेके आपके सामने हाजिर होता रहता है। आज की जो खबर आपको सुनाने लगा हूं, आप सब लोग वो खबर सुनेंगे और सोचेंगे कि ये तो घर की कहानी है। आजकल की जो हमारी न्यू जनरेशन है, यानी यंग जनरेशन, आपको मालूम है कि इनको सुबह उठाना बहुत मुश्किल होता है, क्योंकि ये बेचारे सोते ही सवेरे हैं। यानी आप अगर मगरब के वक्त भी इनको जगा रहे हो ना जी, तो ये कहते हैं कि की हो गया, सुरसुरी जुकाम लग और ये सिर्फ पाकिस्तान का मसला नहीं है, ये इस वक्त पूरी दुनिया की यंग जनरेशन का प्रॉब्लम बन चुका है। अभी जो आपको खबर सुनाने लगा हूं वो इंडिया से है। भारत में खातून ने बेटियों को जगाने के लिए बैंड बाजा रख लिया। सोती हुई बच्चियों के सराहने बैंड बजाने की वीडियो सोशल मीडिया पर वायरल हो गई। मां का कहना है कि मेरी बेटियां इतनी गहरी नींद सोती हैं कि उन्हें जगाने के चक्कर में हम साए परेशान हो जाते हैं, इसलिए मैंने आजिज आकर ये कदम उठाया है। दीदी, ये खबर तो अच्छी है, अगर बच्चों को जगाने का ये तरीका जोर पकड़ गया तो बैंड वालों का तो बिजनेस चमक जाएगा। खैर, ये इसके दिल से निकला है, चमक जाएगा। वैसे वाकई जेड़ी जेड़ी वालदा ने वीडियो देखनी है जी, उन्होंने अपने अपने इलाके के बैंड वालों का फोन नंबर ढूंढते फिरना है। कुछ माओ ने तो अपने जाती ढोल खरीद लेने हैं। मैं तो ये सोच रहा हूँ कि बैंड वालों ने तो जाके उधर जो बैंड बजाया है, ये माँ ने बेटियों की बैंड बजा दी। ਅਜ਼ੀਜ਼ੀ ਸਾਹਿਬ, ਅਕਸਰ ਬੈਂਡ ਵਾਲੋਂ ਨੇ ਇਸ ਵਾਸਤੇ ਨਹੀਂ ਜਾਣਾ ਕਿ ਸੁੱਤੇ ਪਏ ਹੁੰਦੇ ਨੇ, ਸੁੱਤੇ ਪਏ ਉੱਠ ਕੇ ਕੋਈ ਵੇਲ ਹੀ ਨਹੀਂ ਦਿੰਦਾ।
भाई जी ये वेलों वाले नहीं, ये सादे बैंड हायर करने पड़ेंगे। जो वेलों वाले होते हैं वो और होते हैं, जो दूसरे होते हैं वो और होते हैं, वो पहले तय करना पड़ता है। आप जब लेने जाएं जगाने के लिए बच्चों को बैंड, तो उनको बता दें कि भाई जी विदाउट वेले कितने पैसे लेंगे। यार वैसे ये वाकया बड़ा दिलचस्प है। देखे ना जरा वो बेचारी कितनी तंग आई होगी माँ। हाँ जी, दरअसल खातून ने अपनी बेटियों को ज्यादा सोने पर सबक सिखाने के लिए ना जी अच्छा, बैंड की खिदमत हासिल की। वाह जी वाह, बैंड ने बच्चियों के कमरे में घुस के जब ड्रम बजाना शुरू किया हाय हाय है, हाय, तो वीडियो आप देखें करीब खड़ी होकर तो वो वालदा मुस्कुरा रही है और बच्चियां अपने तकिए कन्नों पे रख के तो बैंड की आवाज बंद करने की कोशिश कर रही है। सोशल मीडिया पर इस वीडियो के कमेंट्स में एक बच्चे ने लिखा हुआ, ओ नो, मेरी वालदा को ये वीडियो नहीं देखनी चाहिए क्योंकि वो भी मुझे जगाने के नित नए तरीके ढूंढ रही होती है। और बैंड वालों को धुनें भी शोर वाली बजानी पड़ेंगी। डन 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 डन। एक मिनट ये रहा, ऐथे को तुहानू सुता नजर आ रही है, ये जाके कहीं और दिहाड़ी लगाए और ये जाग रहा है। वाह वाह। इसी तरह का एक मिलता जुलता और वाकया सुने, जी, ब्राजील में भी पेश आया ऐसा वाकया। अच्छा, ये इसका नतीजा ये रहा मुख्तलिफ है, बल्कि थोड़ा खौफनाक निकला। अच्छा जी, sao पालो एक शहर है, sao पालो, ये रियो डी जेनेरियो से कोई घंटे की फ्लाइट पे ये वहां चक्कर लगा चुका है। क्या बात है। sao पालो में एक ज़राई फार्म का मालिक अपने बेटे के देर से उठने पे बहुत सख्त परेशान था, अच्छा, क्योंकि वो अलार्म या फोन की आवाज से भी नहीं था उठता उसका बेटा। हाय हाय, फिर उसने क्या किया, जी, उस बेचारे को सारा काम खुद करना पड़ता था, भैंसों को चारा डालने से लेके दूध दोने तक हाय, सारे काम वो खुद करता था। उसने अक्के हुए ने क्या किया, क्या सर, उसने भाई जी एक ढोल वाला हायर कर लिया। उन्हें क्या कि आ जा इथे और तेन मैं मुलायम सिर्फ एक ही शर्त रखांगा कि तू सुबह सुबह उठ के सब तो पहला काम ये करना है कि मेरे बेटे के सिराने खड़े होकर ढोल बजाना है। अच्छा, इसका ये नतीजा खौफनाक निकला। अच्छा, वो बच्चे ने 5-6 दिन तो ढोल वाले को बर्दाश्त किया, फिर उन्हें चदर च रखिया सी छुरा। जब उन्हें ढोल बजाना शुरू किया ना तो उन्हें चादर इंज करके तो उठ के सीधा ढोल च छुरा कट दिया। पता नहीं अब ढोल के पेट में छुरा मारा है या कमर में छुरा मारा। यार पेट ही होता है, कमर कहां से आ गई, कमर तो लकड़ की होती है। यार अजीजी तुम भी बड़े तजर्बाकार हो। वो ढोल की जो मोटी खाल होती है ना वो कमर होती है, जो पतली खाल होती है ढंढन वो पेट होता है। और इस वक्त तो ढोल के मिस्त्री लगे हो। कह रहे हैं आपस में लड़न रहे हो, ढोल को लो पूछ लो। पहले उसने उसका ढोल पाड़ा, फिर उसका सिर पाड़ा, उसके बाद फिर वो 5-6 दिन जाके हवालात में सोया रहा। मगर उसके बाप को डबल नुकसान हो गया, उसको फिर नवे 2 मुलायम रखना पड़ गए। ये तो आपको मैंने सुनाया है म्यूजिक के जरिए सोने वालों को जगाने की बातें। जी, वैसे तो 100 तरीके आजाद हो चुके हैं जो सोए हुए बच्चे हैं उनको जगाने के। हाँ जी, कई माइयां पानी भी रोड़ती हैं, हाँ जी सर, कई रिजाई भी खींचती हैं। बिल्कुल, अल्लाह ताला जन्नत में जगह दे। हमारे अम्मा जी तो रिजाई खींचते थे अच्छा, और उसके बाद वो नीचे से जूती उठा लेते थे, तो ऐसी जोर से मारते थे कि हम उठ के दौड़े लगाते थे। अब जरा माएं प्यार करने वाली आ गई हुई हैं, माएं वो बच्चों को कुछ कहती नहीं है, बिल्कुल सही, मगर अब और तरीके इजाद हो चुके हैं। बड़े बड़े तरीके हैं अजीजी साहब। ये गोगे को उठाने के लिए यदि पैंदा थले सेबे वाला बंब चलाਉਂਦੇ सन। वैसे यार जुल्फी तुम तो हद ही कर देते हो, चारपाई के नीचे बम चला रहे हो, ओदे ढेड़ ते रख के चला ताकि इको बम नाल उठते जावे हो। यार अजीजी साहब सोए हुए को उठाना है, दुनिया से नहीं उठाना। नहीं फिर बम्मा का खर्चा करो, फिर आप ही सानू की। अच्छा, ये बताने ये लगा कि और एक तरीका ये रहा सुने। जी जी, लंदन में कुछ दोस्त मिलके कोई जगह पे सोए हुए थे। अच्छा, उन्होंने सवेरे जाना था क्रिकेट मैच खेलने। अच्छा, तो सारे उठ गए, तैयार त्यूर होने लग पे। एक बंदा जेड़ा वो कंबल छड्डण ही नहीं दिया। हाय, 2-3 बार उन्होंने जगाया कि भाई उठ पाओ, मैच खेलने जाना है। क्या कर, शायद
ये की तरह वो फास्ट बॉलर हो और उनको उसकी अशद जरूरत हो, वो उठ नहीं था रहा। बड़ी कोशिश के बाद नहीं उठा तो एक जो बीच में दोस्त था उसके जेन में एक तरकीब आई, उसने उसके कंबल को आग लगा दी। बस फिर क्या था, जैसे ही बिस्तर में आग के शोले बुलंद हुए हैं तो हालाला हो गई। दोस्त किधरे, बिस्तरा किधरे, सराहना किधरे, ओदा बैट बल्ला किधरे। लेकिन उनका असल इम्तिहान उस वक्त शुरू हुआ जब फायर अलार्म बज गया और पुलिस भी वहां पहुंच गई। नतीजा ये निकला कि उन्होंने फिर जाके हवालात ही मैच खेले। उस मैच का अंपायर फिर SHO था और कमेंट्री मुहर्रर कर रहा था। अच्छा जी, चीन जिस तरह बाकी कामों में अनोखा होता है, इसी तरह नींद से जगाने के भी उनके अनोखे ही तरीके हैं। वो क्या जी, कुतकतारियां निकाल के जगाते हैं। और मुझसे कसम चुकवा लो, इसको लाइमन सवेरे पर जाई कुतकतारियां निकाल के जगाते। जितना इसने पेटू बना लिया हुआ ना अपना, इस पे कुतकतारियां असर भी बहुत करती हैं। जैसे मुजफ्फर को कुतकतारी निकाले ना तो वो बेचारा हंसता नहीं, रोने लग जाता। कहते भाई जी कुतकतारियां डायरेक्ट मेरी पसली ते हुंदियां ने। तो फिर घर वालों ने मुजफ्फर को कुतकतारी निकालने का तरीका अलहदा बना लिया हुआ, वो छोटा तीला लेके इसे कुतकतारी अच्छा यार, चीन में क्या तरीका है जगाने का? चीन में जनाब उन्होंने ये किया कि ड्राइवरों को नींद से बचाने के लिए मोटरवेज पर ताकतवर लेजर लाइट्स नस्ब करने का तजर्बा किया है। अच्छा। ताकि तेज लाइट पड़ने पर सोते हुए ड्राइवर चौकन्ने हो जाएं। इस तजर्बे पे कुछ ड्राइवरों का तो ये कहना है कि ये बहुत अच्छी चीज है। हाँ जी। लेजर लाइट ने इन्हें रात के वक्त गाड़ी चलाते हुए फौरी तौर पर मुतवज्जो कर दिया है। लेकिन कुछ ड्राइवर इस तजर्बे से मुतमईन नहीं। वो क्यों जी? वो कहते हैं जी कि ये लेजर लाइट्स जो हैं ये इन्हें मजीद परेशान कर देती हैं। और मेरा ख्याल है ये लाइमन वो ड्राइवर होंगे जो सूटा लगा के गाड़ी चलाते हैं। अच्छा, ये सारे तो मैंने आपको सुनाया है जो देर तक सोने के आदी हैं। हाँ जी। जापान में एक शख्स ऐसा बब्बर शेर है जी जी। जो 24 घंटे में सिर्फ 30 से 40 मिनट सोता है। अच्छा। और किसी को उसे जगाने की जरूरत भी नहीं पड़ती। वाह। जी हाँ, 40 साल डिसो के हो रही। अच्छा। कहीं समझ लो कि मैं कोई दवाई दस रहा हूं। ये जो 40 साल भाई है डिसो के हो रही, उसका दावा है कि वो गुज़श्ता 12 सालों से दिन में सिर्फ 30 मिनट सोता है। अच्छा। और ऐसा करने से उसकी सेहत पे कोई असर नहीं पड़ा। वाह जी वाह। इसे वैसे जापान का मुजफ्फर भी कहा जा रहा है। भाई जी, मैं तो 6-6 घंटे सोता हूँ। वाह वाह वाह। तो बिस्तर पे ऐसे सीधे सोते हो या तुम्हें लपेट के रख देते? नहीं अजीजी, मुजफ्फर इंज ही सौंदा जिवें लत सो जाती है। बड़ा खतरनाक सोता है मुजफ्फर। अच्छा जी। इसके घर वालों को तो पता है आपकी ऐसे सोता है। ये कहीं बाहर सोया हो ना तो वहां गाड़ियां आ जाती हैं, इमरजेंसी। वैसे अल्लाह झूठ ना बुलाए, मैं सच्ची बात आपको सुनाने लगा हूँ। मेरा एक दोस्त है जो गोगियोरों का महल्लेदार है। अच्छा। उसने मुझे बताया कि अगर गोगा कमरे में सोया और इनका बाहर वाला दरवाजा खुला हो ना, हाँ जी। तो महल्ले के शरारती लड़के बच्चों से टिकट के पैसे लेके ना तो सोया हुआ गोगा दिखाते हैं। गोगा ते सौंदा भी इंज जिवें जीप खाई च डिगी। और भाई मैं जब सोता हूँ तो ख्वाबे खरगोश के मजे ले रहा हूँ। मुंह खोल के सौंदा है ना तो महल्ले का कोई शरारती बच्चा है तो मुंह च खरगोश सुट जाता है। फिर सवेरे उठ के दोस्तों को दस दे कि आज मैंने ख्वाब में खरगोश का मजा लिया। नाज़रीन, इसके साथ ही हम लेते हैं एक ब्रेक, मिलते हैं ब्रेक के बाद।